सूबे ਦੀਆਂ प्रमुख सियासी ਅਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਖਬਰ ਦੇ ਨਾਲ। ਭਗਵੰਤ ਮਾਨ ਨੇ ਅੱਜ ਪੰਜਾਬ ਦੇ ਸੀਐਮ ਵਜੋਂ ਅਹੁਦਾ ਸੰਭਾਲ ਰਿਹਾ। ਚੰਡੀਗੜ੍ਹ ਵਿਖੇ ਸੀਐਮ ਆਫਿਸ ਦੇ ਵਿੱਚ ਭਗਵੰਤ ਮਾਨ ਦਾ ਸੀਐਮ ਆਫਿਸ ਦੇ ਕਰਮਚਾਰੀਆਂ ਅਤੇ ਅਫਸਰਾਂ ਦੁਆਰਾ ਸਵਾਗਤ ਕੀਤਾ ਗਿਆ। ਭਗਵੰਤ ਮਾਨ ਨੇ ਮੂੰਹ ਮਿੱਠਾ ਕਰਕੇ ਅਹੁਦਾ ਸੰਭਾਲਿਆ ਅਤੇ ਦਫ਼ਤਰ ਦੇ ਕਰਮਚਾਰੀਆਂ ਅਤੇ ਅਫਸਰਾਂ ਦੇ ਨਾਲ ਭਗਵੰਤ ਮਾਨ ਨੇ ਮੁਲਾਕਾਤ भी की है। इस मौके भगवंत मान अधिकारियों ते मुलाजमां दे नाल गलबात करते हुए भी नज़र आए ने। जिथे एक पासे भगवंत मान ने सीएम वजों अज चंडीगढ़ विखे कुर्सी संभाल ली है, उत्थे ही उस तो पहला भगवंत मान ने भगत सिंह दे जद्दी पिंड खटकड़ कलां विखे सीएम दे अहुदे वजों सौं चुकी। ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਇਕੱਠ ਨੂੰ ਵੀ ਭਗਵੰਤ ਮਾਨ ਨੇ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੁਆਰਾ ਵੋਟਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਇੱਕ ਵਾਰ ਫਿਰ ਦੁਹਰਾਏ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰੇਗੀ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਐਮਐਲਏ ਨੂੰ ਵੀ ਹਦਾਇਤਾਂ ਦਿੱਤੀਆਂ ਨੇ। ਵਿਧਾਇਕਾਂ ਨੂੰ ਹਦਾਇਤਾਂ ਕਰਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕਾਂ ਦੇ ਸੇਵਕ ਦੇ ਤੌਰ ਤੇ ਕੰਮ ਕਰਨ। उन्होंने कहा कि विधायक किसी किस्म का हंकार मन दे विच ना रखण अते लोकां दे सेवक वजों काम करन। मैं भगवंत मान ईश्वर की सहुं चुकदा हाँ कि मैं कानून द्वारा स्थापित भारत के संविधान के प्रति सच्ची शरधा ते निष्ठा रखांगा कि मैं भारत की प्रभुता अते अखंडता नूं बरकरार रखांगा कि मैं पंजाब राज के मुख मंत्री वजों अपने करतੱਵਾਂ नूं वफादारी ते शुद्ध अंतकरण नाल निभावांगा ਅਤੇ ਮੈਂ ਭੈ ਜਾਂ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਨੂੰ ਅਨੁਸਾਰਤਾ ਵਿੱਚ ਨਿਆਂ ਕਰਾਂਗਾ। ਮੈਂ ਅਰਵਿੰਦ ਕੇਜਰੀਵਾਲ ਜੀ ਦਾ ਖਾਸ ਤੌਰ ਤੇ ਧੰਨਵਾਦ ਕਰੂੰਗਾ ਜਿਨ੍ਹਾਂ ਨੇ 20 ਦਿਨ ਭੁੱਖ ਹੜਤਾਲ ਰੱਖ ਕੇ ਪਾਰਟੀ ਬਣਾਈ, ਜਿਨ੍ਹਾਂ ਨੇ ਅੰਦੋਲਨ ਦੇ ਵਿੱਚੋਂ ਪਾਰਟੀ ਲਿਆ ਕੇ ਦੇਸ਼ ਦੇ ਮੂਹਰੇ ਦਿੱਤੀ ਤੇ ਜਿਹੜੀ ਪਾਰਟੀ ਪੂਰੇ ਦੇਸ਼ ਦੀ ਰਾਜਨੀਤੀ ਨੂੰ ਸੁਧਾਰ ਰਹੀ ਹੈ। ਇੱਕ ਵਾਰ ਜ਼ੋਰਦਾਰ ਤਾੜੀਆਂ ਚਾਹੂੰਗਾ ਮੈਂ ਉਹਨਾਂ ਦੇ ਨੈਸ਼ਨਲ ਕਨਵੀਨਰ ਲਈ। मनीष सिसोदिया जी बैठे ने। सो बहुत चिर का सुपना सी कि कदे मौका मिले तो शहीदी आजम के पिंड कोई जिम्मेवारी मिले तो शहीदी आजम के पिंड जाके मत्था टेक के उस जिम्मेवारी निभाने का हल्फ लईए, सौं चुकीए। तुसी बहुत दूरों दूरों आए हो, बड़ी देर तो बैठे हो तो अज ही काम शुरू हो जाऊगा। ਆਪਾਂ ਕੋਈ ਦਿਨ ਵੇਸਟ ਨਹੀਂ ਕਰਨਾ ਕਿਉਂਕਿ ਬਹੁਤ ਲੇਟ ਆ, ਹਜੇ 70 ਸਾਲ ਲੇਟ ਹੋਏ ਪਏ ਆ। ਆਪਾਂ ਅੱਜ ਤੋਂ ਹੀ ਕੰਮ ਸ਼ੁਰੂ ਹੋਊਗਾ ਤੇ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਹੌਲੀ ਆਰਾਮ ਨਾਲ ਠਰਮੇ ਨਾਲ ਚੱਲਾਂਗੇ। ਕਿਸੇ ਨੂੰ ਕੋਈ ਭੱਦੀ ਸ਼ਬਦਾਵਲੀ ਜਾਂ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾਲ ਲੜਨਾ ਨਹੀਂ, ਠੀਕ ਹੈ ਨਾ। ਲੱਗੇ ਲੋਕਾਂ ਨੂੰ ਕਿ ਹਾਂ ਯਾਰ ਸਿਆਣੇ ਲੋਕ ਆਏ ਹੋਏ ਨੇ, ਸਿਆਣੇ ਨੇ, ਵਧੀਆ ਬੰਦੇ ਨੇ, ਇਹ ਦੇਸ਼ ਦੇ ਪ੍ਰਤੀ ਸੋਚਦੇ ਨੇ। ਸੋ ਮੈਂ ਆਹੀ ਤੁਹਾਨੂੰ ਬੇਨਤੀਆਂ ਕਰਨੀਆਂ ਸੀ। ਅਖੀਰ ਦੇ ਵਿੱਚ ਮੈਂ ਇੱਕ ਸ਼ੇਰ ਬੋਲੂੰਗਾ ਕਿ हुकूमत वो करते हैं जिनका दिलों पर राज होता है, यूं कहने को तो मुर्गे के सर पे भी ताज होता है। तो उधर 5 सूबਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੀ ਹਾਈ ਕਮਾਂਡ ਚਿੰਤਿਤ ਹੈ। ਲਗਾਤਾਰ ਵਿਚਾਰ ਚਰਚਾ ਚੱਲ ਰਹੀ ਹੈ। ਅੱਜ ਵੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਜਿੱਥੇ ਕਾਂਗਰਸ ਦੇ ਸਾਰੇ ਵੱਡੇ ਆਗੂ ਮੌਜੂਦ ਸਨ। ਜਾਣ ਲੈਂਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਤੋਂ ਕਿ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਵੀ ਕਿਸ ਕਿਸਮ ਦਾ ਸਿਆਸੀ ਭੁਚਾਲ ਆਇਆ ਹੋਇਆ। ਲਗਾਤਾਰ ਕਾਂਗਰਸ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਤੇ ਕਾਂਗਰਸ ਦੀ ਅੰਦਰੂਨੀ ਸਥਿਤੀ, ਵੱਖੋ ਵੱਖਰੇ ਰਾਜਾਂ ਦੇ ਵਿੱਚ ਕਾਂਗਰਸ ਦੀ ਸਥਿਤੀ ਨੂੰ ਜਾਂਚਣ ਦਾ ਕੰਮ ਕੀਤਾ ਜਾ ਰਿਹਾ ਹੈ। ਸੋ ਸੁਰਿੰਦਰ ਡੱਲਾ ਸਾਡੇ ਸੀਨੀਅਰ ਪੱਤਰਕਾਰ, ਉਹਨਾਂ ਤੋਂ ਪੁੱਛ ਲੈਂਦੇ ਆ ਕਿ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ। ਡੱਲਾ ਸਾਹਿਬ, ਕਿਵੇਂ ਦੇਖਦੇ ਹੋ ਕਾਂਗਰਸ ਦੇ ਹਾਲਾਤਾਂ ਨੂੰ? ਅੱਜ ਫਿਰ ਮੀਟਿੰਗ ਹੋਈ ਹੈ ਕਾਂਗਰਸ ਦੀ ਵਰਕਿੰਗ ਕਮੇਟੀ ਦੀ, ਲਗਾਤਾਰ ਵਿਚਾਰ ਚਰਚਾਵਾਂ ਜਾਰੀ ਨੇ। ਇੱਕ ਪਾਸੇ ਸੋਨੀਆ ਗਾਂਧੀ ਨੇ ਐਮਪੀਆਂ ਨਾਲ ਮੀਟਿੰਗ ਕੀਤੀ ਤੇ ਦੂਜੇ ਪਾਸੇ ਕਹਿੰਦੇ G23 ਦੀ ਮੀਟਿੰਗ ਵੀ ਹੋਈ ਹੈ। ਇਹ ਪਹਿਲਾਂ ਹੋਣੀ ਸੀ ਕਪਿਲ ਸਿੱਬਲ ਉਹਨਾਂ ਦੇ ਘਰ, ਹੁਣ ਇੱਕ ਪ੍ਰੋਗਰਾਮ 'ਚ ਕਪਿਲ ਸਿੱਬਲ ਉਹਨਾਂ ਨੇ ਕਹਿਤਾ। ਉਹਨਾਂ ਨੇ ਰਾਹੁਲ ਗਾਂਧੀ ਤੇ ਵੀ ਸਵਾਲ ਚੱਕਤੇ ਵੀ ਭਾਈ ਕਿਹੜੀ ਕਪੈਸਿਟੀ 'ਚ ਤੁਸੀਂ ਐਲਾਨ ਕਰ ਰਹੇ ਹੋ ਵੱਡੇ ਵੱਡੇ ਜੀ ਲੀਡਰਸ਼ਿਪ ਬਦਲਾਅ ਦੀ ਗੱਲ ਕਰਤੀ। ਫਿਰ ਇਹਨਾਂ ਨੇ ਜਿਹੜੀ ਮੀਟਿੰਗ ਹੈ G23 ਦੀ ਉਹ ਰੱਖੀ ਗੁਲਾਮ ਨਬੀ ਆਜ਼ਾਦ ਉਹਨਾਂ ਦੇ ਘਰ, ਜਿਹੜੇ ਸਾਬਕਾ ਰਾਜ ਸਭਾ ਮੈਂਬਰ ਹੈ, ਪਾਰਲੀਮੈਂਟ 'ਚੋਂ ਰਾਜ ਸਭਾ 'ਚੋਂ ਰਿਟਾਇਰ ਹੋਏ ਹੈ। ਉਹਨਾਂ ਦੇ ਘਰ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕਈ ਲੀਡਰ ਪਹੁੰਚੇ। ਹੁਣ ਤਾਂ ਇੱਕ ਅਖਬਾਰ ਇੱਥੋਂ ਤੱਕ ਲਿਖਦਾ, ਵੈਬਸਾਈਟ, ਇੱਕ ਚੈਨਲ ਦੀ ਵੈਬਸਾਈਟ ਕਹਿੰਦੀ ਬੀਬੀ ਰਜਿੰਦਰ ਕੌਰ ਭੱਠਲ ਵੀ ਗਈ G23 ਦੀ ਮੀਟਿੰਗ। ਮਨੀਸ਼ ਤਿਵਾੜੀ ਗਏ, ਆਨੰਦ ਸ਼ਰਮਾ ਗਏ, ਹੋਰ ਤਾਂ ਲੀਡਰ ਜਾਂਦੇ ਨੇ। ਬੀਬੀ ਰਜਿੰਦਰ ਕੌਰ ਭੱਠਲ ਦਾ ਨਾਮ ਮੈਂ ਪਹਿਲੀ ਵਾਰੀ ਸੁਣਿਆ ਕਿ
ਬੀਬੀ ਪ੍ਰਨੀਤ ਕੌਰ ਨੇ ਤਾਂ ਚਲੋ ਜਾਣਾ ਹੀ ਸੀ, ਉਹ ਤਾਂ ਕਿਉਂਕਿ ਕੈਪਟਨ ਅਮਰਿੰਦਰ ਦਾ ਵੀ ਪ੍ਰਚਾਰ ਕਰਿਆ ਹੀ ਬੀਬੀ ਪ੍ਰਨੀਤ ਕੌਰ ਤਾਂ ਉੱਥੇ ਪਟਿਆਲੇ ਦੇ ਵਿੱਚ, ਪਰ ਉਹ ਜਿਤਾ ਨਹੀਂ ਸਕੇ ਕੈਪਟਨ ਅਮਰਿੰਦਰ ਨੂੰ। ਸੋ ਉੱਥੇ G23 ਦੀ ਮੀਟਿੰਗ 'ਚ ਗਰੁੱਪ 'ਚ ਮੀਟਿੰਗਾਂ ਹੋਈਆਂ ਕਿ ਉਹ ਵੀ ਮੀਟਿੰਗ ਕਰਦੇ ਆ ਵੀ ਕਾਂਗਰਸ ਨੂੰ ਮਜ਼ਬੂਤ ਕਿਵੇਂ ਕਰਨਾ ਹੈ। ਪਰ ਜਿਹੜੇ ਨੌਨ G23 ਵਾਲੇ ਹੈ, ਰਾਹੁਲ ਗਾਂਧੀ ਖਿਮ ਹੈ ਕਾਂਗਰਸ ਦਾ, ਉਹ ਕਹਿੰਦੇ ਵੀ ਜਿਹੜੇ G23 ਵਾਲੇ ਹੈ ਸਿੱਧੇ ਅਸਿੱਧੇ ਰੂਪ 'ਚ ਚਾਲਾਂ ਚੱਲ ਰਹੇ ਨੇ, ਕਾਂਗਰਸ ਨੂੰ ਕਮਜ਼ੋਰ ਕਰ ਰਹੇ ਨੇ, ਕਾਂਗਰਸ ਨੂੰ ਤੋੜਨਾ ਚਾਹੁੰਦੇ ਨੇ। ਬਾਕੀ ਕੋਈ ਵੱਡੀ ਗੱਲ ਨਹੀਂ ਜਗਦੀਸ਼ ਜੀ, 2024 ਤੋਂ ਪਹਿਲਾਂ ਕਾਂਗਰਸ ਫੇਰ ਟੁੱਟ ਜੇ, ਇਹ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ। 2024 ਤੋਂ ਪਹਿਲਾਂ ਆ ਕੋਈ G23, G24, G25, 26, 27, 28 ਕੋਈ ਗਰੁੱਪ ਬਣੇ ਤੇ ਕਾਂਗਰਸ ਦੋ ਫਾੜ ਹੋ ਜੇ। ਕਿਉਂਕਿ ਦੇਸ਼ ਦਾ ਇਤਿਹਾਸ ਦੇਖ ਲਓ, ਬਹੁਤ ਵੱਡੇ ਵੱਡੇ ਲੀਡਰ ਕਾਂਗਰਸ ਛੱਡ ਕੇ ਗਏ ਤੇ ਉਹਨਾਂ ਨੇ ਆਪਣੀਆਂ ਪਾਰਟੀਆਂ ਬਣਾਈਆਂ। ਬੀਬੀ ਮਮਤਾ ਬਨਰਜੀ ਦੇਖ ਲਓ, ਕਿਸੇ ਸਮੇਂ ਰੇਲ ਮੰਤਰੀ ਕਾਂਗਰਸ 'ਚ ਸੀ, ਆਪਣੀ ਪਾਰਟੀ ਬਣਾਈ। ਸ਼ਰਦ ਪਵਾਰ ਦੇਖ ਲਓ, ਆਪਣੀ ਪਾਰਟੀ ਬਣਾਈ। ਕਿੰਨੇ ਹੀ ਲੀਡਰ ਨੇ, ਕਈ ਸੂਬਿਆਂ ਦੇ ਤਾਂ ਮੁੱਖ ਮੰਤਰੀ ਨੇ ਜਿਹੜੇ ਉਹ ਕਾਂਗਰਸ 'ਚੋਂ ਨਿਕਲੇ ਨੇ, ਜਿਨ੍ਹਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਬਣਾ ਲਈਆਂ। ਇਸ ਕਰਕੇ ਕਾਂਗਰਸ ਨੂੰ ਸੋਚਣ ਦੀ ਲੋੜ ਹੈ, ਜ਼ਮੀਨੀ ਮੰਥਨ ਕਰਨ ਦੀ ਲੋੜ ਹੈ, ਜ਼ਮੀਨੀ ਪੜਤਾਲ ਕਰਨ ਦੀ ਲੋੜ ਹੈ, ਤਾਂ ਕਿ ਲੋਕ ਜ਼ਮੀਨੀ ਪੱਧਰ 'ਤੇ ਕੀ ਸੋਚਦੇ ਨੇ। ਕਿਉਂਕਿ ਕਾਂਗਰਸ ਦਾ ਕਮਜ਼ੋਰ ਹੋਣਾ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਇੱਕ ਵਿਚਾਰਧਾਰਾ ਦਾ ਪਤਨ ਹੈ। ਕਾਂਗਰਸ ਨੂੰ ਡੈਮੋਕ੍ਰੈਟਿਕ ਪਾਰਟੀ, ਲੋਕਤੰਤਰਿਕ ਪਾਰਟੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਪਰ ਹੁਣ ਸਮਾਂ ਉਹ ਨਹੀਂ ਹੈ ਕਿ ਕਾਂਗਰਸ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਮੁੱਖ ਮੰਤਰੀ ਦਾ, PM ਦਾ ਜਾਂ ਕੋਈ ਵੀ ਚਿਹਰਾ ਬਣਾ ਕੇ ਉਹਦੇ ਸੱਭਿਆਚਾਰ ਨੂੰ, ਉਹਦੇ ਭਾਈਚਾਰੇ ਨੂੰ ਪ੍ਰਚਾਰੇ ਕਿ ਅਸੀਂ ਇਸ ਭਾਈਚਾਰੇ ਨੂੰ ਅੱਗੇ ਲਿਆਏ ਹਾਂ। ਕਿਉਂਕਿ ਕਾਂਗਰਸ ਦਾ ਮਤਲਬ ਹੀ ਸੈਕੂਲਰ ਹੈ, ਇਹਦੇ 'ਚ ਕੋਈ ਵੀ ਭਾਈਚਾਰੇ ਦੀ ਨੁਮਾਇੰਦਗੀ ਹੈ ਜਿਹੜੀ ਅੱਗੇ ਆ ਸਕਦੀ ਹੈ, ਪਰ ਉਹ ਕਿਸੇ ਕਿਰਦਾਰ ਦੀ ਅਚੀਵਮੈਂਟ ਦੇ ਬੇਸ ਦੇ ਉੱਤੇ ਹੋਣੀ ਚਾਹੀਦੀ ਹੈ। ਮੈਂ ਛੋਟੀ ਜਿਹੀ ਗੱਲ ਜਗਦੀਸ਼ ਜੀ ਜੋੜਦਾ, ਚਰਨਜੀਤ ਚੰਨੀ ਤੇ ਕਾਂਗਰਸ ਨੇ ਗਲਤੀ ਕੀ ਕੀਤੀ। ਦੇਖੋ, ਚਰਨਜੀਤ ਚੰਨੀ PhD ਕਰ ਰਹੇ ਨੇ, ਮੈਨੂੰ ਪਤਾ ਲੱਗਿਆ। ਉਹ ਵਿਰੋਧੀ ਧਿਰ ਦੇ ਲੀਡਰ ਵੀ ਰਹੇ ਨੇ ਕਾਂਗਰਸ ਵੱਲੋਂ, ਆਜ਼ਾਦ ਜਿੱਤੇ ਸੀ, ਮਿਊਨਿਸਪਲ ਕਾਉਂਸਲਰ ਵੀ ਰਹੇ ਨੇ, ਤਾਂ ਕਾਂਗਰਸ ਨੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ। ਇਹ ਗੱਲ ਕਾਂਗਰਸ ਨਹੀਂ ਹਾਈਲਾਈਟ ਕਰ ਸਕੀ। ਕਾਂਗਰਸ ਕੀ ਕਹਿੰਦੀ ਰਹੀ ਕਿ ਅਸੀਂ ਚਰਨਜੀਤ ਚੰਨੀ ਉਹਨਾਂ ਦੇ ਭਾਈਚਾਰੇ ਦੇ ਤੌਰ 'ਤੇ ਇਹਨਾਂ ਦੇ ਭਾਈਚਾਰੇ ਦੀਆਂ ਵੋਟਾਂ ਹਾਸਲ ਕਰ ਲਾਂਗੇ। ਪ੍ਰਚਾਰ ਕੀਤਾ ਗਿਆ ਵੀ ਇਸ ਭਾਈਚਾਰੇ 'ਚੋਂ ਅਸੀਂ ਲੰਮੇ ਸਮੇਂ ਬਾਅਦ ਦੇਸ਼ 'ਚ ਮੁੱਖ ਮੰਤਰੀ ਬਣਾਤਾ। ਔਰ ਚਰਨਜੀਤ ਚੰਨੀ ਦੇ ਭਾਈਚਾਰੇ ਦੇ ਆਧਾਰ 'ਤੇ ਉਹਨਾਂ ਨੂੰ ਲੱਗਿਆ ਕਿ ਅਸੀਂ UP, ਮਨੀਪੁਰ, ਗੋਆ ਸਾਰੇ ਪਾਸੇ ਵੋਟਾਂ ਹਾਸਲ ਕਰ ਲਾਂਗੇ। ਔਰ ਯੋਜਨਾਵਾਂ ਇੱਥੇ ਤੱਕ ਵੀ ਸੀ ਕਿ ਜੇ ਚਰਨਜੀਤ ਚੰਨੀ ਜਿਤਾ ਦਿੰਦੇ, ਮੁੱਖ ਮੰਤਰੀ ਬਣ ਜਾਂਦੇ, ਤੇ ਸਾਲ ਕੁ ਬਾਅਦ ਚਰਨਜੀਤ ਚੰਨੀ ਦਾ ਅਸਤੀਫਾ ਕਰਾ ਕੇ 2024 ਤੋਂ ਪਹਿਲਾਂ ਚਰਨਜੀਤ ਚੰਨੀ ਨੂੰ ਪੂਰੇ ਮੁਲਕ 'ਚ ਜਹਾਜ਼ ਦੇ ਕੇ ਪ੍ਰਚਾਰ 'ਤੇ ਭੇਜਣਾ ਸੀ, ਤਾਂ ਕਿ ਪੂਰੇ ਦੇਸ਼ 'ਚ ਕਾਂਗਰਸ ਚਰਨਜੀਤ ਚੰਨੀ ਦੇ ਭਾਈਚਾਰੇ ਦਾ ਚਿਹਰਾ ਦਿਖਾ ਕੇ ਵੋਟਾਂ ਮੰਗਦੀ। ਮੁਲਕ ਸੈਕੂਲਰ ਹੋ ਚੁੱਕਿਆ, ਕੋਈ ਵੀ ਭਾਈਚਾਰਾ ਹੈ ਉਹ ਕਿਰਦਾਰ ਦੇਖ ਕੇ, ਅਚੀਵਮੈਂਟ ਦੇਖ ਕੇ ਵੋਟਾਂ ਪਾਉਂਦਾ ਹੈ। ਚਰਨਜੀਤ ਚੰਨੀ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਸੀ, ਉਹਨਾਂ ਨੂੰ ਉਭਾਰਿਆ ਨਹੀਂ ਗਿਆ। ਔਰ ਬਦਕਿਸਮਤੀ ਨਾਲ ਚਰਨਜੀਤ ਚੰਨੀ ਨੂੰ ਜਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਯੋਜਨਾ ਬਣਾਈ, ਉਸ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ED ਦਾ ਛਾਪਾ ਪਿਆ ਔਰ ਕਰੋੜਾਂ ਰੁਪਏ, ਕਈ ਕਰੋੜ ਰੁਪਏ, 9-10 ਕਰੋੜ ਰੁਪਏ ਕਹਿੰਦੇ ਉੱਥੇ ਦਿਖਾਤਾ ਕੈਸ਼। ਸੋ 9-10 ਕਰੋੜ ਰੁਪਏ ਕੈਸ਼ ਦੇਖ ਕੇ ਤਾਂ ਸਧਾਰਨ ਬੰਦੇ ਦੀਆਂ ਅੱਖਾਂ 'ਚੋਂ ਹੰਝੂ ਆ ਜਾਣ ਵੀ ਆਹ ਕੀ ਹੋ ਗਿਆ, ਮੈਂ ਕਿੱਥੇ ਆ ਗਿਆ, ਮੈਂ ਕੀ ਦੇਖ ਲਿਆ। ਇੰਨਾ ਪੈਸਾ ਜਦੋਂ ਪੰਜਾਬੀਆਂ ਨੇ ਦੇਖਿਆ, ਉਹਦੇ ਨਾਲ ਇੱਕ ਜਿਹੜੀ ਐਂਟੀ ਇਨਕੰਬੈਂਸੀ ਸੀ ਪੰਜਾਬ ਦੀ ਸਰਕਾਰ ਦੀ, ਕਾਂਗਰਸ ਦੀ, ਉਹ ਬਣੀ ਔਰ ਉਹਦਾ ਹੀ ਕਾਂਗਰਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਜਿਹੇ ਹਾਲਾਤਾਂ 'ਚ ਚਰਨਜੀਤ ਚੰਨੀ ਉਹਨਾਂ ਨੂੰ ਆਪ ਹੀ ਪਿੱਛੇ ਹਟ ਜਾਣਾ ਚਾਹੀਦਾ ਸੀ। ਵੀ ਮੇਰੇ ਰਿਸ਼ਤੇਦਾਰ ਸੀ, ਉੱਤੋਂ ਚਰਨਜੀਤ ਚੰਨੀ ਕਹਿੰਦੇ ਵੀ ਮੈਂ ਉਹਨਾਂ 'ਤੇ ਨਿਗਾਹ ਨਹੀਂ ਰੱਖ ਸਕਿਆ ਰਿਸ਼ਤੇਦਾਰਾਂ 'ਤੇ। ਫਿਰ ਕਈ ਗੱਲਾਂ ਆਉਂਦੀਆਂ ਨੇ, ਕਹਿੰਦੇ ਜੀ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਸੀ, ਸੁਰੱਖਿਆ ਦਿੱਤੀ ਸੀ। ਸੋ ਕਿਤੇ ਨਾ ਕਿਤੇ ਗੱਲ ਜੁੜ ਜਾਂਦੀ ਹੈ। ਦੇਖੋ, ਜਿਹਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ, ਰਿਸ਼ਤੇਦਾਰ ਹੀ ਹੁੰਦਾ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਲਗਾਤਾਰ ਹਸਪਤਾਲਾਂ, ਸਕੂਲਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਦੇ ਵਿੱਚ ਛਾਪੇਮਾਰੀ ਕਰਕੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ। ਚਮਕੌਰ ਸਾਹਿਬ ਤੋਂ MLA ਡਾਕਟਰ ਚਰਨਜੀਤ ਚੰਨੀ ਦੁਆਰਾ ਵੀ ਹਸਪਤਾਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਸਿਹਤ ਅਮਲੇ ਨੂੰ ਜ਼ਰੂਰੀ ਨਿਰਦੇਸ਼ ਉਹਨਾਂ ਨੇ ਜਾਰੀ ਕੀਤੇ ਨੇ। ਸਰ, ਅੱਜ ਤੁਸੀਂ ਇੱਥੇ ਮੋਰਿੰਡਾ ਹਸਪਤਾਲ ਵਿਜ਼ਿਟ ਕੀਤਾ, ਕਿਵੇਂ ਲੱਗਿਆ ਤੁਹਾਨੂੰ? ਦੇਖੋ, ਮੈਂ ਸਾਰਾ ਵਿਜ਼ਿਟ ਕੀਤਾ ਤੇ ਜੋ ਵੀ ਕਮੀਆਂ ਜਿਵੇਂ ਸਾਫ਼ ਸਫਾਈ ਦੀਆਂ ਤੇ ਹੋਰ ਜੋ ਹੈਗੀਆਂ, ਸੀਵਰੇਜ ਦੀ ਇੱਥੇ ਪ੍ਰੋਬਲਮ ਹੈ, ਡਿਸਪੋਜ਼ਲ ਦੀ, ਉਹ ਸਾਰਾ, ਤੇ ਇੱਥੇ ਜਿਹੜਾ ਟਰਾਮਾ ਸੈਂਟਰ ਜਿਹੜੇ ਸਾਡੇ ਪਹਿਲੇ ਮੁੱਖ ਮੰਤਰੀ ਦੁਸ਼ਹਿਰੇ 'ਤੇ ਅਨਾਉਂਸ ਕਰਕੇ ਗਏ ਸੀ, ਉਹ ਹਾਲੇ ਤੱਕ ਹਵਾ 'ਚ ਹੀ ਬਣਿਆ ਹੋਇਆ। ਸੋ ਇਹ ਪ੍ਰੋਪਰ ਸਾਰਾ ਕੁਝ ਮੈਂ ਆਪਣੇ ਸਾਡੇ ਸਿਵਲ ਸਰਜਨ ਆਏ ਹੋਏ ਨੇ ਨਾਲ,
ਇਹਨਾਂ ਨੂੰ ਸਾਰਾ ਨੋਟ ਕਰਾਤਾ। ਇਹਦਾ ਪ੍ਰੋਜੈਕਟ ਬਣੇਗਾ ਇੱਥੇ ਰੈਗੂਲਰ, ਜਿਹੜਾ 24/7 ਟਰਾਮਾ ਸੈਂਟਰ ਬਣੇਗਾ, ਕਿਉਂਕਿ ਇੱਕ ਹਲਕੇ 'ਚ ਇੱਕ ਤਾਂ ਹੋਣਾ ਚਾਹੀਦਾ। ਔਰ ਮੋਰਿੰਡਾ ਕਿਉਂਕਿ ਇਹ ਬਿਲਕੁਲ ਹਾਈਵੇ ਦੇ ਨਾਲ ਹੈ, ਇੱਥੇ ਜਿਹੜਾ ਹੈਗਾ ਐਕਸੀਡੈਂਟਲ ਕੇਸਿਸ ਆਉਣ ਦੇ ਚਾਂਸਸ ਜ਼ਿਆਦਾ ਹੈ। ਇਸ ਕਰਕੇ ਇਹ ਅਸੀਂ ਬਹੁਤ ਜਲਦ ਇਹਦਾ ਪ੍ਰੋਜੈਕਟ ਬਣਾ ਕੇ ਜਿਹੜਾ ਹੈਗਾ ਇਹਨੂੰ ਸ਼ੁਰੂ ਕਰਾਵਾਂਗੇ। ਹੁਣ ਗੱਲਾਂ ਹਵਾ 'ਚ ਨਹੀਂ ਹੋਣੀਆਂ, ਹੁਣ ਗਰਾਊਂਡ ਲੈਵਲ ਤੇ ਹੋਣਗੀਆਂ। ਠੀਕ ਹੈ ਜੀ। ਬਾਕੀ ਜਿਹੜਾ ਹੋਰ ਛੋਟੇ ਮੋਟੇ ਸਫਾਈ ਦਾ ਹੈ ਉਹ ਵੀ ਇੱਥੇ ਹੈ, ਬਟ ਆਈ ਥਿੰਕ ਵਿਦਿਨ 2 ਵੀਕਸ ਕਿਉਂ ਨਹੀਂ ਹੋ ਜਾਏਗਾ? ਹੋ ਜਾਏਗਾ 2 ਹਫ਼ਤੇ 'ਚ ਸਾਰਾ ਤੁਹਾਨੂੰ ਜਿਹੜਾ ਹੈਗਾ ਕੁਝ ਅੱਜ ਨਾਲੋਂ ਅਲੱਗ ਨਜ਼ਰ ਆਏਗਾ। ਸਰ ਇੰਸਟਰੂਮੈਂਟ ਦੀ ਬਹੁਤ ਘਾਟ ਹੈ ਜੀ ਉਰੇ, ਐਕਸਰੇ ਮਸ਼ੀਨ ਪੁਰਾਣੀ ਹੈ ਜੀ। ਹਾਂ, ਇੱਕ ਅਲਟਰਾਸਾਊਂਡ ਹੈ ਨਹੀਂ ਇੱਥੇ, ਉਹ ਵੀ ਨੋਟ ਕਰੋ ਕਿ ਅਲਟਰਾਸਾਊਂਡ ਦੀ ਜਿਹੜਾ ਹੈਗਾ ਉਹ ਵੀ ਪ੍ਰੋਵੀਜ਼ਨ ਕਰਾਉਂਦੇ ਆ। ਤੇ ਬਾਕੀ ਜਿਹੜਾ ਬੈੱਡ ਆਕੂਪੈਂਸੀ ਉਹ ਜਿਹੜੀ ਨਜ਼ਰ ਆ ਰਹੀ ਵੀ ਘੱਟ ਹੈ, ਉਹ ਮੈਂ ਸਾਡੇ ਡਾਕਟਰਸ ਸਾਰਿਆਂ ਨੂੰ ਇਹਨਾਂ ਨੂੰ ਕਿਹਾ ਹੈ। ਅੱਜ ਕੈਜੂਅਲ ਵਿਜ਼ਿਟ ਹੈ ਮੇਰਾ, ਵੈਸੇ ਇਟਸ ਨਾਟ ਅ ਆਫੀਸ਼ੀਅਲ ਵਿਜ਼ਿਟ। ਕੈਜੂਅਲ ਵਿਜ਼ਿਟਸ ਮੈਨੂੰ ਜੋ ਦਿਖੀਆਂ ਕਮੀਆਂ ਉਹ ਸਾਰੀਆਂ ਨੋਟ ਕਰਵਾਤੀਆਂ। ਮੈਂ 15 ਦਿਨਾਂ ਬਾਅਦ ਆਪਾਂ ਇੱਕ ਵਾਰ ਫੇਰ ਦੇਖ ਆਵਾਂਗੇ, ਜੋ ਕੁਝ ਇਹਨਾਂ ਦਿਨਾਂ 'ਚ ਹੋ ਸਕਦਾ ਉਹ ਸਫਾਈ ਦਾ ਤਾਂ ਇੰਤਜ਼ਾਮ ਹੋ ਜਾਏਗਾ। ਮਜੀਠਾ ਹਲਕੇ ਤੋਂ ਐਮਐਲਏ ਗੁਨੀਵ ਕੌਰ ਮਜੀਠੀਆ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਉਹਨਾਂ ਨੇ ਉੱਥੇ ਨਤਮਸਤਕ ਹੋਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਹੈ ਕਿ ਜਿੱਤ ਤੋਂ ਬਾਅਦ ਉਹ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ ਹੈ ਅਤੇ ਲੋਕਾਂ ਦੇ ਲਈ ਉਹ ਕੰਮ ਕਰਨਗੇ। ਬਸ ਇਹੀ ਕਿ ਗੁਰੂ ਸਾਹਿਬ ਬਲ ਬਖਸ਼ਣ ਕਿ ਜਿਹੜੀ ਸੇਵਾ ਉਹਨਾਂ ਨੇ ਲਾਈ ਹੈ ਉਹ ਤੇ ਪੂਰੀ ਮਿਹਨਤ ਨਾਲ ਪੂਰੀ ਕਰ ਸਕੀਏ। ਮਜੀਠੇ ਵਾਸੀਆਂ ਦਾ ਵੀ ਚੰਗੀ ਤਰ੍ਹਾਂ ਸੇਵਾ ਕਰ ਸਕੀਏ, ਜਿਵੇਂ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ, ਡਟ ਕੇ ਸਾਡੇ ਨਾਲ ਖੜੇ ਹੈ, ਉਸ ਤਰ੍ਹਾਂ ਉਹਨਾਂ ਦੀ ਡਟ ਕੇ ਸੇਵਾ ਕਰ ਸਕੀਏ। ਪਹਿਲੀ ਵਿਧਾਨ ਸਭਾ ਹਲਕੇ ਨੂੰ ਲੈ ਕੇ ਵਿਧਾਨ ਸਭਾ ਜਾ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਕਿਸ ਤਰ੍ਹਾਂ ਲੱਗਦਾ ਮੈਂ ਵਿਧਾਨ ਸਭਾ ਦਾ ਪਹਿਲੀ ਵਾਰ ਜਾ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਮਜੀਠੇ ਹਲਕੇ ਨੂੰ ਲੈ ਕੇ? ਮੈਂ ਕੀ ਕਹਿ ਸਕਦੀ ਹਾਂ ਜੀ, ਜਦ ਜਾ ਕੇ ਆਉਂਗੀ ਫਿਰ ਦੱਸਾਂਗੀ ਤੁਹਾਨੂੰ। ਮਜੀਠੀਆ ਸਾਹਿਬ ਦੀ ਕਮੀ ਪੂਰੀ ਕੀਤੀ ਜਾਏਗੀ ਵਿਧਾਨ ਸਭਾ ਦੇ ਅੰਦਰ ਜਾ ਕੇ, ਆਵਾਜ਼ ਚੁੱਕੀ ਜਾਏਗੀ ਪੰਜਾਬ ਦੇ ਹੱਕ ਦੀ, ਮਜੀਠੇ ਦੇ ਹੱਕ ਦੀ। ਜ਼ਰੂਰ ਜੀ, ਜ਼ਰੂਰ। ਜਲਦ ਮਜੀਠਾ ਸਾਹਿਬ ਆਪ ਆਉਣਗੇ, ਮੇਰੇ ਨਾਲ ਮਿਲ ਕੇ ਅਸੀਂ ਦੋਨੋਂ ਮਜੀਠਾ ਵਾਸੀਆਂ ਦੀ ਸੇਵਾ ਕਰਾਂਗੇ। ਜਿਹੜੇ ਝੂਠੇ ਕੇਸਾਂ 'ਚ ਉਹਨਾਂ ਨੂੰ ਫਸਾਇਆ ਗਿਆ ਹੈ, ਗੁਰੂ ਸਾਹਿਬ ਮਿਹਰ ਕਰਨਗੇ, ਜਲਦ ਤੋਂ ਜਲਦ ਉਹ ਬਾਹਰ ਆਉਣਗੇ ਤੇ ਅਸੀਂ ਮਿਲ ਕੇ ਸੇਵਾ ਕਰਾਂਗੇ। ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਹੋ ਗਈ ਹੈ ਤੇ ਹੁਣ ਦੂਸਰੇ ਪੜਾਅ ਦਾ ਆਰੰਭ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗਾ। ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਦੂਜੇ ਪੜਾਅ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਕਰਤੱਵ ਦਿਖਾਏ ਜਾਣਗੇ। ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਹੋਲਾ ਮੁਹੱਲਾ ਦੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਹੋਲੇ ਮੁਹੱਲੇ ਦਾ ਪਹਿਲਾ ਪੜਾਅ ਜੋ ਗੁਰਦੁਆਰਾ ਪਤਾਲਪੁਰ ਸਾਹਿਬ ਜੀ ਤੋਂ 14 ਤਰੀਕ ਨੂੰ ਆਰੰਭ ਹੋਇਆ ਸੀ, ਅੱਜ 16 ਤਰੀਕ ਨੂੰ ਪਹਿਲੇ ਪੜਾਅ ਦੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਨਾਲ ਸੰਪੂਰਨਤਾ ਹੋ ਚੁੱਕੀ ਹੈ। ਬਹੁਤ ਵੱਡੀ ਗਿਣਤੀ ਦੇ ਸੰਗਤਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਔਰ ਹੋਰ ਸਥਾਨਾਂ ਦੇ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਅੱਜ ਦੇ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਪਹੁੰਚੀਆਂ ਹੋਈਆਂ ਨੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਵਿੱਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਜੀ ਚਾਵਲਾ, ਸਾਬਕਾ ਸੀਨੀਅਰ ਵਿੱਤ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਭੇਟੇਵੱਡ, ਸਕੱਤਰ ਸਰਦਾਰ ਹਰਜੀਤ ਸਿੰਘ ਜੀ ਲਾਲੂ ਘੁੰਮਣ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਕਰਮਚਾਰੀ ਜੋ ਸੇਵਾਵਾਂ ਕਰਨ ਵਾਸਤੇ ਪਹੁੰਚੇ ਹੋਏ ਨੇ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਔਰ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਜੀ ਆਇਆਂ ਜਿਨ੍ਹਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਜੋ ਕੱਲ੍ਹ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ 17 ਮਾਰਚ ਨੂੰ ਦੂਜੇ ਪੜਾਅ ਦੀ ਆਰੰਭਤਾ ਹੋਣੀ ਹੈ, ਜਿਸ ਦੀ ਸੰਪੂਰਨਤਾ 19 ਮਾਰਚ ਨੂੰ ਦੁਪਹਿਰ 12 ਵਜੇ ਮਹੱਲੇ ਦੇ ਨਾਲ ਮਹੱਲਾ ਆਰੰਭ ਕਰਕੇ ਮਹੱਲੇ ਦੀ ਸਮਾਪਤੀ ਹੋਣ ਤੇ ਸੰਪੂਰਨਤਾ ਹੋਣੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮਹੱਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਸ਼ਮੂਲੀਅਤ ਕਰਦੀਆਂ। ਪਿਛਲੇ ਸਾਲਾਂ ਵਿੱਚ ਕਿਉਂਕਿ ਕੋਵਿਡ ਕਰਕੇ ਬਹੁਤ ਸੰਗਤਾਂ ਦੀ ਆਮਦ ਘੱਟ ਹੋਈ ਸੀ, ਲੇਕਿਨ ਇਸ ਵਾਰ ਜੋ ਆਪਾਂ ਦੇਖ ਰਹੇ ਹਾਂ ਸੰਗਤਾਂ ਦੀ ਬਹੁਤ ਵੱਡੇ ਪੱਧਰ ਤੇ ਆਮਦ ਹੋ ਰਹੀ ਆ ਤੇ ਅੱਜ ਵੀ ਜਿਹੜੇ ਪ੍ਰਬੰਧ ਕਰਦੇ ਉਹ ਮੁਸ਼ਕਲ ਹੋ ਰਹੇ ਆ, ਕਿਉਂਕਿ ਇਸ ਹੋਲੇ ਮਹੱਲੇ ਉੱਤੇ ਜੋ ਪ੍ਰਸ਼ਾਸਨ ਦਾ ਅਨੁਮਾਨ ਹੈ ਇਸ ਵਾਰ ਉਹ 40 ਤੋਂ 45 ਲੱਖ ਸੰਗਤ ਦੇ ਆਉਣ ਦਾ ਉਹਨਾਂ ਦਾ ਅਨੁਮਾਨ ਹੈ ਅਤੇ ਇਹ ਸਾਰੀ ਸੰਗਤ ਇਹਨਾਂ 5 ਜਾਂ 6 ਦਿਨਾਂ ਦੇ ਵਿੱਚ ਹੀ ਘੁੰਮਦੀ ਆ
ਅਤੇ ਲਗਭਗ ਇੱਕ ਦਿਨ ਦੇ ਵਿੱਚ 3.5 ਲੱਖ ਦੀ ਜਿਹੜੀ ਸੰਗਤ ਹੈ ਉਹ ਇੱਥੇ ਹਾਜ਼ਰ ਹੋ ਕੇ ਰਹਿੰਦੀ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਵੱਡੇ ਪੱਧਰ ਤੇ ਆਮਦ ਨੂੰ ਮੁੱਖ ਰੱਖਦਿਆਂ ਬਹੁਤ ਵੱਡੇ ਪ੍ਰਬੰਧ ਆਪਣੇ ਵੱਲੋਂ ਕੀਤੇ ਜਾ ਰਹੇ ਆ, ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਰਿਹਾਇਸ਼ ਵਾਸਤੇ, ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਜੋ ਸਾਡੇ ਕੋਲ ਆਪਣੇ ਸਾਧਨ ਹੈ ਉਹਨਾਂ ਦੇ ਨਾਲ ਹੇਮਕੁੰਟ ਫਾਊਂਡੇਸ਼ਨ ਵੱਲੋਂ ਅਸੀਂ ਸਹਿਯੋਗ ਲੈ ਕੇ ਇਸ ਵਾਰ ਬਹੁਤ ਵੱਡੇ ਪੱਧਰ ਤੇ ਟੈਂਟਾਂ ਦਾ ਪ੍ਰਬੰਧ ਕੀਤਾ ਅਤੇ 3-4 ਥਾਵਾਂ ਤੇ ਟੈਂਟ ਸਿਟੀ ਜਿਹੜੀ ਆ ਉਹ ਬਣਾਈ ਗਈ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦਾ ਅਹਿਮ ਬਿਆਨ ਸਾਹਮਣੇ ਆਇਆ। ਆਪਣੇ ਬਿਆਨ ਦੇ ਵਿੱਚ ਉਹਨਾਂ ਨੇ ਨਵੀਂ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ ਹੈ। ਲਗਾਤਾਰ ਪਿਛਲੇ 2 ਮਹੀਨੇ ਤੋਂ ਜਦ ਤੋਂ ਇਹ ਕਮੇਟੀ ਬਣੀ ਹੈ, 1.5 ਮਹੀਨੇ ਤੋਂ, ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਅਫਵਾਹਾਂ ਦਾ ਦੌਰ ਚੱਲ ਰਿਹਾ ਸੀ ਔਰ ਲੋਕਾਂ ਦੇ ਵਿੱਚ ਸਾਡੇ ਰਿਪਰੈਜ਼ੈਂਟੇਟਿਵ ਜਥ ਸੰਗਤ ਦੇ ਵਿੱਚ ਜਾਂਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਗੱਲਾਂ ਸੀ, ਖਾਸ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਔਰ ਦਿੱਲੀ ਦੇ ਵਿੱਚ ਉਹਦਾ ਰਾਜਨੀਤੀਕਰਨ ਜਿਹੜਾ ਹੋ ਰਿਹਾ ਸੀ ਉਹਦੇ ਬਾਰੇ ਬਹੁਤ ਲੋਕਾਂ ਦੇ ਵਿੱਚ ਆਪਣੇ ਵਿਚਾਰ ਸੀ ਔਰ ਉਸ ਗੱਲਾਂ ਦੇ ਉੱਤੇ ਬਹੁਤ ਵੱਡਾ ਵਿਚਾਰ ਵਟਾਰਾ ਕੀਤੀ ਗਈ। ਜਿਸ ਤਰੀਕੇ ਦੇ ਨਾਲ ਜੋ ਹਾਲਾਤ ਬਣ ਰਹੇ, ਲਗਾਤਾਰ ਸਰਕਾਰਾਂ ਦੀਆਂ ਲਗਾਤਾਰ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੀਆਂ ਜਿਹੜੀਆਂ ਇਨਵੋਲਵਮੈਂਟ ਰਹੀਆਂ, ਸਾਡੀ ਪਾਰਟੀ ਨੇ ਬਹੁਤ ਵੱਡੀ ਜਦੋਜਹਿਦ ਦੇ ਨਾਲ ਅਸੀਂ ਇਹ ਜਿੱਤ ਹਾਸਿਲ ਕੀਤੀ ਸੀ ਔਰ ਅੱਜ ਸਾਰੇ ਮੈਂਬਰ ਸਾਹਿਬਾਨ ਦੀ ਇੱਕੋ ਮੰਗ ਸੀ ਕਿ ਇਹ ਪਾਰਟੀ ਬਾਜੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਟੋਟਲ ਨਿਰੋਲ ਧਾਰਮਿਕ ਹੋਵੇ, ਕਿਉਂਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਸੰਗਤ ਦੇ ਵਿੱਚ ਜਿਹੜੇ ਜਦ ਟੈਗ ਲੱਗਦੇ ਨੇ ਕਿਸੇ ਪਾਰਟੀ ਨਾਲ ਜੁੜਨ ਦੇ, ਤੇ ਇਹਦੇ ਕਰਕੇ ਸਾਨੂੰ ਬਹੁਤ ਨਮੋਸ਼ੀ ਹੁੰਦੀ ਹੈ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਬਣਨ ਤੋਂ ਬਾਅਦ ਤਕਰੀਬਨ 8 ਦਿਨਾਂ ਬਾਅਦ ਆਪਣੀ ਪ੍ਰਧਾਨਗੀ ਤੋਂ ਇਸਤੀਫਾ ਵੀ ਇਸੇ ਕਰਕੇ ਦਿੱਤਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਸੁਚਾਰੂ ਰੂਪ ਨਾਲ ਚਲਾ ਸਕੀਏ, ਵੱਡੇ ਲੈਵਲ ਦੇ ਉੱਤੇ ਸਾਰਿਆਂ ਨੂੰ ਇਨਵਾਈਟ ਕਰ ਸਕੀਏ ਕਿ ਅਸੀਂ ਇਹ ਜਿਹੜੇ ਕੰਮ ਕਰ ਰਹੇ ਹਾਂ। ਔਰ ਕੱਲ੍ਹ ਮੈਨੂੰ ਲੱਗਦਾ ਕਿ ਤਕਰੀਬਨ ਸਾਰੇ ਮੈਂਬਰ ਸਾਹਿਬਾਨਾਂ ਨੇ ਇਹਦੇ ਉੱਤੇ ਮੋਹਰ ਲਾਤੀ ਕਿ ਦਿੱਲੀ ਦੇ ਵਿੱਚ ਇੱਕ ਐਸਾ ਸੰਗਠਨ, ਇੱਕ ਐਸੀ ਜਥੇਬੰਦੀ ਹੋਣੀ ਚਾਹੀਦੀ ਹੈ ਜੋ ਸਿਰਫ ਤੇ ਸਿਰਫ ਨਿਰੋਲ ਧਾਰਮਿਕ ਗੱਲਾਂ ਕਰ ਸਕੇ, ਧਾਰਮਿਕ ਕੰਮ ਕਰ ਸਕੇ। ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵਾਰ ਫੇਰ ਤੋਂ ਬੂਟਿਆਂ ਦੀ ਸੇਵਾ ਦਾ ਆਰੰਭ ਕੀਤਾ ਗਿਆ ਹੈ। ਸੰਗਤ ਦੇ ਵਿੱਚ ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਬੂਟਿਆਂ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਵਾਤਾਵਰਣ ਦੀ ਸਿਹਤ ਸੰਭਾਲ ਕੀਤੀ ਜਾ ਸਕੇ। SGPC ਵੱਲੋਂ ਇਹ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ। ਮੇਰਾ ਨਾਮ ਕਮਲਜੀਤ ਕੌਰ ਹੈ। ਇੱਥੇ ਅਸੀਂ ਬੂਟੇ ਦੇ ਰਹੇ ਸੇਵ ਐਨਵਾਇਰਨਮੈਂਟ ਤੇ ਸੇਵ ਗਰਲ ਚਾਈਲਡ ਦੇ ਥੀਮ ਤੇ ਇੱਥੇ ਬੂਟੇ ਡੇਲੀ ਦੀ ਸੰਗਤ ਆਉਂਦੀ ਹੈ, ਉਹ ਲੈ ਕੇ ਜਾਂਦੀ ਹੈ ਬੜੇ ਚਾਅ ਨਾਲ। ਤੇ ਇਹ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਕੀਤਾ ਜਾ ਰਿਹਾ ਜੀ? ਹਾਂਜੀ ਜੀ, ਇਹ ਸ਼੍ਰੋਮਣੀ ਕਮੇਟੀ ਤੇ ਨੰਨੀ ਸ਼ਾਹ ਪ੍ਰੋਜੈਕਟ ਇਕੱਠਾ ਕੰਬਾਈਨ ਚੱਲ ਰਿਹਾ। ਰੋਜ਼ ਦੇ ਕਿੰਨੇ ਕੁ ਬੂਟੇ ਚਲੇ ਜਾਂਦੇ ਜੀ ਲੋਕਾਂ ਨੂੰ ਪ੍ਰਸ਼ਾਦ ਦੇ ਤੌਰ ਤੇ ਲੱਗੇ? 200-250 ਬੂਟਾ ਡੇਲੀ ਚੱਲਦਾ। ਲੋਕ ਸਮਝਦੇ ਨੇ ਕਿ ਇਹ ਪ੍ਰਸ਼ਾਦ ਮਿਲਦਾ, ਕਿਉਂਕਿ ਅਕਸਰ ਇਹ এনवायरमेंट ਨੂੰ ਬਚਾਉਣ ਵਾਸਤੇ ਬੂਟਿਆਂ ਦਾ ਬੜਾ ਵੱਡਾ ਰੋਲ ਹੈ। ਲੋਕ ਪ੍ਰਸ਼ਾਦ ਦੇ ਤੌਰ ਤੇ ਕਿੰਨੇ ਕੁ ਲੋਕ ਤੁਹਾਨੂੰ ਮਿਲਦੇ ਨੇ? ਮੈਂ ਤੁਹਾਨੂੰ ਦੱਸਾਂ, ਪ੍ਰਸ਼ਾਦ ਦੇ ਤੌਰ ਤੇ ਲੋਕਾਂ ਦੇ ਵਿੱਚ ਸ਼ਰਧਾ ਜਿਹੜੀ ਹੁੰਦੀ ਆ ਨਾ, ਉਹ ਵੱਖਰੀ ਹੁੰਦੀ ਹੈ। ਜਿਹੜਾ ਬੂਟਾ ਲੈ ਕੇ ਜਾਂਦੇ ਉਹਦੀ ਬਹੁਤ ਜ਼ਿਆਦਾ ਕੇਅਰ ਕਰਦੇ ਆ ਤੇ ਉਹਦੇ ਨਾਲ ਸਾਨੂੰ ਇਹ ਹੁੰਦਾ ਕਿ ਜਿਹੜਾ ਬੂਟਾ ਵੇਸਟ ਨਹੀਂ ਕਰਦੇ। ਉਹਨਾਂ ਨੂੰ ਹੁੰਦਾ ਕਿ ਦਰਬਾਰ ਸਾਹਿਬ ਤੋਂ ਸਾਨੂੰ ਕੋਈ ਚੀਜ਼ ਮਿਲੀ ਗਈ ਹੈ ਸੱਚਖੰਡ ਤੋਂ। ਕਦੀ ਡਿਮਾਂਡ ਕੀਤੀ ਲੋਕਾਂ ਨੇ ਕਿ ਆਹ ਬੂਟਾ ਸਾਨੂੰ? ਹਾਂਜੀ, ਆਲਮੋਸਟ ਆਉਂਦੀ ਡਿਮਾਂਡ ਆ। ਫਿਰ ਅਸੀਂ ਉਸੇ ਹਿਸਾਬ ਨਾਲ ਰਿਕੁਆਇਰਮੈਂਟ ਦੇ ਹਿਸਾਬ ਨਾਲ ਫਿਰ ਉਹ ਬੂਟੇ ਮੰਗਵਾਉਂਦੇ। ਜਿਹੜਾ ਖਾਸ ਤੋਂ 11 ਬੂਟਾ ਕਿਹੜਾ ਮੰਗਦੇ ਲੋਕੀ ਸਾਰੇ? ਕੋਈ ਮਿਕਸ ਆਉਂਦੀ ਹੈ, ਕੋਈ ਇੱਕ ਡਿਮਾਂਡ ਨਹੀਂ ਆਉਂਦੀ। ਕੋਈ ਗਮਲੇ ਵਾਲਾ, ਕੋਈ ਫੁੱਲਾਂ ਵਾਲਾ, ਕੋਈ ਫਲ ਵਾਲਾ, ਕੋਈ ਛਾਂ ਵਾਲਾ, ਹਰ ਤਰ੍ਹਾਂ ਦੀ ਡਿਮਾਂਡ ਮਿਕਸ ਹੈ। ਤੇ ਉਧਰ ਅੰਮ੍ਰਿਤਸਰ ਤੋਂ MP ਗੁਰਜੀਤ ਔਜਲਾ ਦਾ ਇੱਕ ਅਹਿਮ ਬਿਆਨ ਸਾਹਮਣੇ ਆਇਆ। ਆਪਣੇ ਬਿਆਨ ਦੇ ਵਿੱਚ ਗੁਰਜੀਤ ਔਜਲਾ ਨੇ ਨਵੇਂ ਬਣੇ CM ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਹੈ ਕਿ ਕਾਂਗਰਸ ਦੀ ਅੰਦਰੂਨੀ ਸਥਿਤੀ ਅਤੇ ਵਿਧਾਨ ਸਭਾ ਵਿੱਚ ਹੋਈ ਹਾਰ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਵਿੱਚ ਵਿਚਾਰ ਮੰਥਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਮਜ਼ਬੂਤ ਕੀਤਾ ਜਾਵੇਗਾ। ਬੜੀ ਖੁਸ਼ੀ ਦੀ ਗੱਲ ਹੈ। ਮਾਨ ਸਾਹਿਬ ਨੂੰ ਬਹੁਤ-ਬਹੁਤ ਵਧਾਈ ਭਗਵੰਤ ਜੀ ਨੂੰ। ਉਹਨਾਂ ਨੇ ਮੁੱਖ ਮੰਤਰੀ ਦੀ ਸ਼ਪਥ ਲਈ ਔਰ ਮੈਨੂੰ ਆਸ ਹੈ ਕਿ ਜਿਹੜੇ ਪੰਜਾਬ ਨਾਲ ਵਾਅਦੇ ਕੀਤੇ ਨੇ ਉਹ ਪੂਰੇ ਕਰਨਗੇ ਔਰ ਆਪਣੀ ਪਾਰਟੀ ਨੂੰ ਪੰਜਾਬ ਦੇ ਹਿੱਤਾਂ ਵਾਸਤੇ ਚੰਗੇ ਕੰਮ ਕਰਨ ਲਈ ਅੱਗੇ ਲੈ ਕੇ ਆਪਣੀ ਸਰਕਾਰ ਨੂੰ ਜਾਣਗੇ ਵੀ। ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਪਰਿਵਾਰ ਦੇ 2 ਬੱਚੇ ਜਿਹੜੇ ਸੀ ਅੱਜ ਨਾਲ ਸੀ, ਉਹਨਾਂ ਦੇ ਪਰਿਵਾਰ ਦੇ ਅਮਰੀਕਾ ਤੋਂ ਆਏ, ਉਹਦੀ ਵੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਰਿਵਾਰ ਜਦੋਂ ਇਕੱਠੇ ਹੁੰਦੇ ਚੰਗਾ ਲੱਗਦਾ ਹੈ। ਦੇਖੋ, ਪੰਜਾਬ ਨੂੰ ਲੈ ਕੇ ਬੜੀ ਖੁੱਲ੍ਹ ਕੇ ਚਰਚਾ ਹੋਈ ਹੈ ਔਰ ਮੰਥਨ ਕੀਤਾ ਗਿਆ ਉਹਦੇ ਤੇ ਔਰ ਹਰ ਪੱਖ ਤੋਂ ਵਿਚਾਰਿਆ ਗਿਆ ਔਰ ਹੁਣ ਅੱਗੇ ਪਾਰਟੀ ਨੂੰ ਕਿਵੇਂ ਲੈ ਕੇ ਜਾਣਾ ਉਹਦੇ ਤੇ ਵੀ ਵਿਚਾਰ ਚਰਚਾ ਪੂਰੀ ਕੀਤੀ ਹੈ। ਔਰ ਸੋਨੀਆ ਜੀ ਨੇ ਯਕੀਨ ਦਵਾਇਆ ਪ੍ਰਧਾਨ ਜੀ ਨੇ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਿਆ ਜਾਏਗਾ। ਦੇਖੋ, ਪਰਿਵਾਰਿਕ ਹੀ ਨਹੀਂ, ਰੋਪ ਪ੍ਰਤੀਰੋਪ ਤੋਂ ਚਲते हैं।
लेकिन कोई ऐसी बड़ी बात नहीं हुई है, हर एक ने अपने मन की बात की है। कोई ऐसी कोई बात, मैं तो खुद मौजूद था, लेकिन फिर भी डिसिप्लिन में आगे पार्टी को कैसे लेके जाना है, पार्टी मजबूत कैसे करनी है, ग्राउंड पे कैसे वर्कर के साथ जाना है, ज़्यादा चर्चा इसी पे रही है। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।